जब ये एक्टर मर जाता है ना, उसको डस्टबिन में फेंका जाता है। तो पहले बीमार हुआ था चैन के लिए, अच्छा। आज भी चैन के लिए रोया, इसका वनाज के लिए रोया। इसकी मुझे बहुत जरूरत है, मेरी बेटी का बाप है ये, उसकी सलामत रहे उसके ऊपर। अस्सलाम वालेकुम नाज़रीन, मैं हूं एडी मलिक और मेरे साथ लकी डियर मौजूद हैं जो कि खुशकिस्मती से सेहत याब होकर हॉस्पिटल से आज घर वापस आ चुके हैं। और जब हम इनको स्टेज पर परफॉर्मिंग करते हुए देखते थे, जब इनकी एंट्री हुआ करती थी, तो हॉल में बैठे जो जितने भी अफराद थे वो तालियां मारते हुए थकते नहीं थे। इनकी मज़ाहिया किस्म की जो परफॉर्मेंस होती थी वो इस कदर दीदनी होती थी कि कोई भी शख्स ऐसा नहीं होता था कि जो हाल में ताड़ी ना बजाए। लेकिन आज बीमारी ने इन्हें इस कदर अजियतनाक किस्म की बीमारी में से ये गुजर रहे हैं और इनसे जानते हैं कि इनको किस किस्म की बीमारी है। और इस बीमारी में जब ये पहुँचे, जब ये हॉस्पिटल में एडमिट थे, तो इनको किन किन अपने दोस्तों की याद सताती थी और कौन लोग इनकी मदद के लिए इनके पास आए, या फिर आज भी इनकी कोई ख्वाहिश है। आज हम इनसे बात करते हैं, इनसे जानते हैं। इनकी अहलिया भी मौजूद है, इनसे भी बात करते हैं। अस्सलाम वालेकुम जी। वालेकुम सलाम जी। कैसे हैं जनाब, ठीक हैं? ठीक है, अल्लाह का शुक्र है। लकी भाई, मैं तुसी ये दसो कि ਤੁਹਾਨੂੰ किस किस्म ਦੀ बीमारी सी ਜਿਹਦੀ ਵਜ੍ਹਾ ਤੋਂ ਤੁਸੀਂ ਹਸਪਤਾਲ ਦਾਖਲ ਹੋ ਗਏ ਜਾ ਕੇ? ਮੈਨੂੰ ਸ਼ੂਗਰ ਹੈ। ਅੱਛਾ, ਕਿੰਨੇ ਅਰਸੇ ਤੋਂ ਸ਼ੂਗਰ ਸੀ? ਮੈਨੂੰ 10 ਸਾਲ ਤੋਂ ਸ਼ੂਗਰ ਹੈ ਅੱਛਾ ਤੇ ਮੇਰਾ ਸਾਹ ਉਲਟਣ ਡਿਆ ਪਿਆ। ਅੱਛਾ, ਸਾਹ ਉਖੜਦਾ ਸੀ ਤੁਹਾਡਾ? ਹਾਂ, ਤੇ ਫਿਰ ਮੈਂ ਦਾਖਲ ਹੋਇਆ ਹਸਪਤਾਲ ਜਾ ਕੇ। ਅੱਛਾ, ਹਾਂਜੀ, ਤੇ ਕਿੰਨੇ ਅਰਸੇ ਤੋਂ ਤੁਹਾਨੂੰ ਇਹ ਬਿਮਾਰੀ ਸੀ? ਇਹ 4-5 ਦਿਨ ਹੀ ਹੋਏ ਸੀ। ਅੱਛਾ, 4-5 ਦਿਨ ਤੋਂ ਜ਼ਿਆਦਾ ਬਿਮਾਰ ਹੋ? 8 ਦਿਨ ਹੋਏ। 8 ਦਿਨ ਮੈਂ ਰਹਿ ਗਿਆ ਹਸਪਤਾਲ। ਅੱਛਾ, ਹਾਂਜੀ, ਤੇ ਜਦੋਂ ਤੁਸੀਂ ਹਸਪੀਟਲ ਦਾਖਲ ਹੋ ਗਏ ਸੀ ਤੇ ਬੜੇ ਬੁਰੇ ਖਿਆਲ ਆਉਂਦੇ ਨੇ ਇਨਸਾਨ ਜਦੋਂ ਬਿਸਤਰ ਦੇ ਵਿੱਚ ਪਿਆ ਹੁੰਦਾ ਹੈ, ਹਾਂਜੀ। ਤੇ ਕੀ ਉਦੋਂ ਕੋਈ ਕਿਸੇ ਦੀ ਯਾਦ ਆਉਂਦੀ ਸੀ ਕਿ ਯਾਰ ਮੈਂ ਕੱਲ ਕੀ ਸੀ, ਅੱਜ ਕੀ ਹੋ ਗਿਆ? ਯਾਦ ਦੋਸਤਾਂ ਦੀ ਆਉਂਦੀ ਸੀ, ਹੋਰ ਕੀ, ਜਿਨ੍ਹਾਂ ਨਾਲ ਕੰਮ ਕੀਤਾ ਰਲ ਕੇ। ਕੀ ਯਾਦ ਆਉਂਦੀ ਸੀ ਉਹਨਾਂ ਦੀ? ਯਾਦ ਕਿ ਆਉਂਦੇ ਕਿਉਂ ਨਹੀਂ ਮੇਰੇ ਨਾਲ ਤੇ ਕੋਈ ਨਹੀਂ ਸੀ ਆਉਂਦਾ ਵੀ? ਕੋਈ ਵੀ ਨਹੀਂ ਸੀ ਆਉਂਦਾ। ਕਿਹੜਾ ਐਸਾ ਦੋਸਤ ਸੀ ਤੁਹਾਡਾ ਕਿ ਜਿਹੜਾ ਤੁਸੀਂ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਕਿ ਅਗਰ ਮੇਰੇ ਤੇ ਕੋਈ ਮੁਸ਼ਕਲ ਟਾਈਮ ਆਇਆ, ਇਹ ਮੇਰਾ ਸਾਥ ਨਹੀਂ ਛੱਡੇਗਾ? ਸਗਾਵਤ ਨਾਜ ਦੇ ਮਾਨਾ ਚਾਨ, ਇਹ ਦੋਵੇਂ ਤੁਹਾਡੇ ਕੋਈ ਜਿਗਰੀ ਯਾਰ ਸੀ? ਇਹਨਾਂ ਨਾਲ ਮੈਂ ਕੰਮ ਬੜਾ ਕੀਤਾ ਹੈ। ਹਾਂਜੀ, ਆਏ ਨਹੀਂ ਗੇ ਵੀ, ਅਜੇ ਤੱਕ ਨਹੀਂ ਆਏ ਵੀ? ਅਜੇ ਤੱਕ ਨਹੀਂ ਆਏ। ਕੋਈ ਫੋਨ ਤੇ ਵੀ ਨਹੀਂ ਤੁਹਾਡੇ ਨਾਲ ਰਾਬਤਾ ਕੀਤਾ? ਫੋਨ ਤੇ ਮੈਂ ਰਾਬਤਾ। ਕੀ ਵਜ੍ਹਾ ਐਸੀ ਕਿ ਤੁਸੀਂ ਇੰਨੀ ਮੁਸ਼ਕਲ ਹਾਲਾਤ ਵਿੱਚ ਗਏ, ਅੱਛਾ, ਮਸਰੂਫ ਹੋਣਗੇ, ਹੋਰ ਕੀ ਹੈ। ਇੰਨੀ ਮਸਰੂਫੀਅਤ ਹੈਗੀ ਹੈ ਕਿ ਆਪਣੇ ਦੋਸਤ ਨੂੰ ਵੀ ਉਹਦਾ ਹਾਲ ਅਹਿਵਾਲ ਪੁੱਛਣ ਲਈ ਵੀ ਟਾਈਮ ਨਹੀਂ ਹੈ? ਹਾਂਜੀ, ਕਿਸੇ ਦੇ ਨਾਲ ਉਹਨੇ ਰਾਬਤਾ ਕਰਕੇ ਕੋਈ ਤੁਹਾਡੇ ਤੱਕ ਪੈਗਾਮ ਨਹੀਂ ਪਹੁੰਚਾਇਆ, ਮਾਨ ਸਾਹਿਬ ਨੇ ਜਾਂ ਸਖਾਵਤ ਨੇ? ਨਹੀਂ ਪਹੁੰਚਾਇਆ। ਕੋਈ ਦਿਲ ਦੇ ਵਿੱਚ ਗਿਲਾ ਤੇ ਹੈ ਨਾ ਫਿਰ ਕਿ ਇਹਨਾਂ ਦੇ ਨਾਲ ਕੈਸਾ ਟਾਈਮ? ਨਹੀਂ ਹੈ ਨਾ, ਕਿਆ ਹੈ, ਕਿਉਂ ਨਹੀਂ ਗਏ। ਚਲ ਨਹੀਂ ਆਏ ਤਾਂ ਨਾ ਸੀ ਆ ਜਾਣਗੇ, ਦਿਲ ਕੀਤਾ ਹੁੰਦਾ ਤਾਂ ਆ ਜਾਣਗੇ, ਨਹੀਂ ਨਾ ਸੀ। ਨਰਗਸ ਬੇਟਮ ਆਈ ਸੀ, ਅੱਛਾ, ਸ਼ਰਮਾ ਖਾਂ ਆਈ ਸੀ, ਠੀਕ ਹੈ। ਸਤਾਰ ਨਿਸ਼ਾਦ ਆਇਆ ਸੀ, ਜ਼ਫਰ ਸ਼ਾਦ ਆਇਆ ਸੀ, ਹੋਰ ਦੋਸਤ ਆਏ ਸਨ। ਤੇ ਬੜੀ ਖੁਸ਼ੀ ਹੋਈ ਇਹਨਾਂ ਨੇ ਮਿਲ ਕੇ, ਹੌਸਲਾ ਹੀ ਹੁੰਦਾ ਵੇ, ਹੋਰ ਕੀ ਵੇ। ਇਹਨਾਂ ਨੂੰ ਤੁਸੀਂ ਬੁਲਾਇਆ ਸੀ ਜਾਂ ਇਹਨਾਂ ਨੂੰ ਪਤਾ ਚੱਲਿਆ ਸੀ ਤੇ ਆ ਗਏ ਸੀ? ਆਪ ਹੀ ਆਏ। ਆਪ ਹੀ ਆਏ ਸੀ? ਹਾਂਜੀ, ਤੇ ਜਦੋਂ ਇਹ ਤੁਹਾਡੇ ਕੋਲ ਆਪ ਆਏ ਸੀ, ਵੱਡੇ ਨਾਮ ਹੈਗੇ ਨੇ, ਉਦੋਂ ਤੁਹਾਨੂੰ ਕੈਸਾ ਮਹਿਸੂਸ ਹੋਇਆ ਸੀ ਕਿ? ਬੜੀ ਖੁਸ਼ੀ ਹੋਈ, ਹੌਸਲਾ ਤਸੱਲੀ ਹੋਈ। ਠੀਕ ਹੈ। ਮੈਂ ਤੇ ਅੱਧਾ ਠੀਕ ਹੋ ਗਿਆ ਹੁਣ। ਹਾਂ, ਹਾਂਜੀ, ਜਦੋਂ ਇਹ ਆਏ ਨੇ ਹਾਂਜੀ, ਤੇ ਇਹਨਾਂ ਨੇ ਕੋਈ ਮਦਦ ਵੀ ਕੀਤੀ ਸੀ? ਹਾਂਜੀ, ਸਾਰਿਆਂ ਨੇ ਕੀਤੀ ਜਿਹੜੇ ਵੀ ਆਏ? ਹਾਂਜੀ, ਸਾਰਿਆਂ ਨੇ ਕੀਤੀ। ਕਿਸੇ ਨੇ ਪਾਣੀ, ਕਿਸੇ ਨੇ 10, ਕਿਸੇ ਨੇ ਪੀ, ਕਿਸ ਤਰ੍ਹਾਂ ਹਾਂ, ਜੋ ਵੀ ਉਹਨਾਂ ਕੋਲ ਸਰਿਆ ਪੂਰਾ ਦੇ ਗਏ ਨੇ। ਸਾਰਿਆਂ ਦੀ ਮਿਹਰਬਾਨੀ ਹੈ। ਹਾਂਜੀ, ਸਾਰਿਆਂ ਦੀ ਮਿਹਰਬਾਨੀ ਹੈ ਜੀ। ਤੇ ਲੱਕੀ ਭਾਈ, ਇਹ ਤੁਹਾਡੇ ਦੋਸਤ ਜਿਗਰੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ ਤੁਸੀਂ ਨਾਮ ਲਿੱਤਾ ਹੈ ਕਿ ਮੈਨੂੰ ਇਹ ਮਹਿਸੂਸ ਨਹੀਂ ਸੀ ਹੋਈ ਕਿ ਇਹ ਮੇਰੇ ਮੁਸ਼ਕਲ ਹਾਲਾਤ ਦੇ ਵਿੱਚ ਮੇਰੇ ਸਾਥ ਨਹੀਂ ਛੱਡ ਜਾਣਗੇ, ਉਹ ਦੋਸਤ ਤੁਹਾਨੂੰ ਸੁਣਦੇ ਤੇ ਪਏ ਨੇ, ਹਾਂਜੀ, ਤੇ ਕੀ ਕਹੋਗੇ ਉਹਨਾਂ ਨੂੰ? ਮੈਂ ਉਹਨਾਂ ਨੇ ਉਹ ਕਹਾਂਗਾ ਕਿ ਮਸਰੂਫੀਅਤ ਕੱਢ ਕੇ ਮੇਰੀ ਖਬਰ ਲਵਾਉਣ ਕੇ ਇਨਸਾਨੀਅਤ ਦਾ ਪਤਾ ਲੱਗਦਾ ਹੈ, ਤੇ ਹੋਰ ਕੀ ਹੈ। ਤੇ ਲੱਕੀ ਭਾਈ, ਮਸਰੂਫੀਅਤ ਤੇ ਹਰ ਇਨਸਾਨ ਦੀ, ਤੁਸੀਂ ਵੀ ਬੜੇ ਮਸਰੂਫ ਰਹੇ ਹੋ, ਤੇ ਬਿਮਾਰੀ ਤੇ ਹਰ ਮਸਰੂਫ ਨੂੰ ਵੀ ਲੱਗ ਸਕਦੀ ਹੈ ਨਾ। ਅੱਜ ਤੁਹਾਡੇ ਤੇ ਵਕਤ ਹੈ, ਕੱਲ ਕਿਸੇ ਹੋਰ ਤੇ ਉਹਨਾਂ ਤੇ ਵੀ ਆ ਸਕਦਾ ਹੈਗਾ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣਾ ਚਾਹੀਦਾ ਨਾ। ਹਾਂਜੀ, ਇਹਨਾਂ ਨੂੰ ਸੋਚਣਾ ਚਾਹੀਦਾ। ਹਾਂਜੀ, ਹਾਂਜੀ। ਕੋਈ ਦਿਲ ਦੇ ਵਿੱਚ ਕੋਈ ਖੁਆਇਸ਼ ਹੈ ਕੋਈ ਜਿਹੜੀ ਕੋਈ ਰਹਿ ਗਈ? ਮਿਲਦੀ ਖਾਸ਼ ਹੈ, ਅੱਛਾ, ਮਿਲਦੀ ਖਾਸ਼, ਮਿਲ ਜਾਣ ਮਿਆਰ ਕੇ। ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਵੀ ਤੇ ਹੈ ਨਾ?
नाज़रीन आप इनकी बेबसी देखें। जिंदगी का पलक मिली जी। हाय ज़िंदगी का कोई पता नहीं है कि आज इनको बीमारी ने हॉस्पिटल पहुंचा दी है, कल आपको भी हो सकती है, मेरे भी ये हालात हो सकते हैं। तो डरना चाहिए इन हालात से। आपका ज़िक्र किया है चंद साहब सहाफ़ी साहब, अगर अल्लाह ताला ने आपको बड़ी मसरूफियात दी हुई हैं, बड़े काम दिए हुए हैं, लेकिन ये वो लोग हैं, ये वो आपका दोस्त है, आपका भाई था जो इस वक्त आपको पुकार रहा है। इसकी ख्वाहिश ये नहीं है कि मैं वज़ीर आज़म से मिलना चाहता हूँ, मैं आर्मी चीफ से मिलना चाहता हूँ। इन्होंने सिर्फ ये कहा कि मैं चंद साहब से मिलना चाहता हूँ, मैं सखावत साहब से मिलना चाहता हूँ। आपके लिए, इनके लिए आप बहुत बड़ी असासा हैं। तो यार ये आंसू देखें इनके, खुदारा खौफ खाएं, आप भी इंसान हैं। जाएगा सा ਇਹਨੂੰ ਪੁੱਛੋ ਜੀ। बाजी तुसी की कहोगे? मैं क्या कर सकती हूँ, ये आपके सामने ही है। इन्होंने तो अपनी ख्वाहिश का इजहार कर दिया कि मैं अमानत चंद साहब को और सखावत साहब का बड़ा सोच नहीं सकता था कि वो इन हालात में मेरा साथ छोड़ सकते हैं। देखे चढ़दे सूरज नु सलाम है, ठीक है। मिसाल सुनिए ना पंजाबी की, चढ़ते सूरज नु सलाम ये है। जब ये एटम मर जाता है ना, उसको डस्टबिन में फेंका जाता है हाँ। कि ये वो पड़ी है आपकी डस्टबिन, उधर फेंक गिर जाओ। ये ऐसे कर रहे हैं। अच्छा, फनकार अक्सर हमने देखा है कि जब उन पर अरूज होता है तो सारे लोग उनके इर्द गिर्द होते हैं। जी जब इस हालात में पहुंच जाते हैं तो फिर कोई भी नहीं साथ होता। इस तरह की बेबसी या इस तरह की बेरुखी क्यों है? सर वो रब की साथ बैठी ना, रब ने वादा किया है हाँ। कि उठाना और सलाना नहीं भूखा, सलाता नहीं वाकई नहीं भूखा सलाता, ठीक है। किसी किसी की मर्जी अपनी होती है। हमने तो कहा है, पहले भी ये उसके लिए रोया था जब पहले बीमार हुआ था, चन के लिए। अच्छा। आज भी चन के लिए रोया, इसका वनास के लिए रोया। बड़े लोग है, चले अल्लाह मियाँ उनको और दे, अल्लाह मियाँ उनको इज्जत दे, उनकी खैर हो। हमने क्या, हमने यही कहा था, मैंने इसका वनास भाई और चंद साहब, प्लीज प्लीज आपका दोस्त है तो प्लीज तरस खाएं। और ये नहीं कि आपके कैमरे के सामने हो रहा है, ये हकीकत आम रूटीन में भी ये रोते हैं जब भी आपको याद करते हैं। अच्छा, कहीं उनसे कोई डिमांड तो नहीं है कि कोई नहीं, हमें कोई डिमांड नहीं है, हमें मुझे हमें मिलने आ जाए। अच्छा, हमने कोई डिमांड नहीं रखते हैं, ये प्रोमिस है। वो खुद अपनी खुशी से करेंगे, हम तब भी नहीं लेंगे कि आप प्लीज मिलने आ गए, हमारे लिए इतना ही बड़ा है, ठीक है। देखें, हम आपस में, आप लोग कलीग थे, एक लैदा खानदान था आपका। ये हमारे पास तो कुछ चंद मिनट आते थे, खानदान तो आपका है, बिल्कुल, एक आप रिश्तेदार आपस में, ठीक है। ठीक है। तो मैं यही कहूँगी कि रिक्वेस्ट अच्छा ਲੱਕੀ ਭਾਈ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਸਟੇਜ ਤੇ ਐਂਟਰੀ ਕਰਦੇ ਸੀ, ਚੰਦ ਸਾਹਿਬ ਵੀ ਹੁੰਦੇ ਸੀ, ਉਦੋਂ ਤੁਹਾਡਾ ਕੋਈ ਮਸ਼ਹੂਰ ਕੋਈ ਡਾਇਲੌਗ, ਕੋਈ ਸਾਡੇ ਕੋਈ ਨਾਜ਼ਰੀਨ ਨੂੰ, ਕੋਈ ਤੁਹਾਡੇ ਜਿਹੜੇ ਆਪਣੇ ਤੁਹਾਡੇ ਚਾਹਣ ਵਾਲੇ ਨੇ, ਕੋਈ ਉਹਨਾਂ ਨੂੰ ਕੋਈ ਦੱਸੋਗੇ, ਕੋਈ ਗੱਲ ਸੁਣਾਓਗੇ ਉਹਨਾਂ ਨੂੰ? ਕਾਲਾ ਕਾਲਾ ਕਰਨੀ ਹੈ, ਕਦੀ ਕਾਲੇ ਤੇ ਲਾਗੇ ਨਾਲ ਤੇ ਵੇ ਉਹ ਗੋਰਿਆਂ 'ਚ ਕਰਾ ਮਾਤ ਨਹੀਂ, ਕਦੀ ਕਾਲਿਆਂ ਦੇ ਜੰਮ ਕੇ ਬਾਲ ਤੇ ਵੇ ਲੱਖਾਂ ਬਾਲ ਵੇ, ਕਦੀ ਕਾਲੇ ਤੇ ਜੰਮ ਕੇ ਬਾਲ ਤੇ ਵੇ। ये मेरा मशहूर डायलॉग है। बिल्कुल, ये आपका बड़ा मशहूर डायलॉग था और इसको हम भी कई बार जाके पेट वाला, पेट वाला, वो आप उसकी कुछ एक्सरसाइज इस तरह की हुई थी कि पेट को भी ऐसे लगता है कि आप पेट का डांस, बेली डांस कर रहे हैं। हाँ जी। तो ये जो घर जहाँ पर आप रह रहे हैं, ये घर आप अपना है या फिर आपने अपना घर सेल कर दिया हुआ है? ये अपना ही सेल करता हूँ। अच्छा, हुण तुसीं इहनूं सेल कर दिता होया है, ते सेल करन दी वजह की? वजह बीमारी ते लग गए, बीमारी ते लग गए ने। ते ਜਿਹੜਾ ਤੁਸੀਂ ਕਮਾਇਆ ਸੀ ਉਹ ਕਿੱਥੇ ਛੱਡਿਆ? 3 साल बीमारी ना रहा मैं। 3 साल बीमारी ਦੇ ਨਾਲ ਰਹੇ ਹੋ। 6 तोले सोना ही मेरा, वो भी बेच गया बूढ़ी मेरी ਦਾ। ਤੇ ਬੱਚੇ ਕਿੰਨੇ ਤੁਹਾਡੇ? 4 ਬੱਚੇ ਨੇ। ਇਹ ਘਰ ਵੇਚਣ ਤੋਂ ਬਾਅਦ ਸੋਚਿਆ, ਜ਼ੇਨ ਦੇ ਵਿੱਚ ਆਇਆ ਕਿ ਬੱਚਿਆਂ ਦਾ ਕੀ ਬਣੇਗਾ? ਅੱਲਾਹ ਦੇ ਤੰਦਰੁਸਤੀ ਚਾਹੀਦੀ ਹੈ। हाँ जी, ਗੱਡੀਆਂ ਹੀ 2 ਵੀ ਵੇਚ ਗਈਆਂ। अच्छा, सब कुछ बिक गया, जेवर, पैसे, घर, गाड़ियाँ? हाँ जी, सब कुछ बेच गया। अभी भी आप अगर सेहतयाब हो गए तो आप काम करेंगे? हाँ जी। जी गैस भी उतर गया हमारा। अच्छा,
اور بتی کا بل بہت زیادہ آیا ہوا، وہ ہم جمع نہیں کروا سکے. دیکھیں سر، اس کی مجھے بہت ضرورت ہے. میری بیٹی کا باپ ہے، یہ اس کے سلامت رہے. اس کے اوپر یتیمی بڑی بری چیز ہے، میں نے دیکھی ہوئی یتیمی. بالکل. اللہ میاں ایسی یتیمی کسی کو بھی نہ دکھائے. میں نے بہت ہی دیکھی ہے. ٹھیک ہے، میں نے بہت دھکے کھائے. میں اس وجہ سے اپنی بچی کے لیے روتی ہوں، دھکے کھاتی ہوں. آپ بلیو نہیں کرتے، کوئی آدمی نہیں تھا میرے پاس. 8 دن میں آئی ہوں نا، مہمانوں کی طرح آتے تھے چلے جاتے تھے، آتے تھے چلے جاتے تھے. جو میں نے اپنے سر کے اوپر جو بھی کیا، رب میرے نے، اس نے پیسے دیے. جو پیسے تھے ہیلپ ہوئی تھوڑے بہت میرے پاس تھے، وہ آپس میں کمپرومائز ہو گیا. پھر ان کا علاج ہو گیا. آپ بلیو نہیں کرتے، گورنمنٹ ہاسپٹل میں نے 10-12 ہزار روپے دن کا لگایا ہے. اچھا. ہاں جی، سرنج بھی ادھر کی خریدنی پڑتی تھی. سرکاری اسپتالوں میں؟ ہاں. وہاں بھی آپ پیسے لگاتی رہی ہیں؟ ہاں جی. فری نہیں ہوا علاج؟ تو ابھی بھی ہمارے سامنے کالز آ رہی ہیں بجلی کے بل کے لیے. تو کتنا بل آیا ہوا ہے آپ کا؟ میرا بل آیا 50,000 روپے. 50,000 روپے. 50,000 روپیہ بل آیا جو نہیں اتارا. تو اگر میٹر کٹ گیا بجلی کا تو یہ تو پھر اندھیرے میں رہ رہے دیکھے گیس سے کٹ گیا، وہ بھی کمپرومائز ہو گیا نا. چوری سے بھی کمپرومائز ہو جائے گا. کیا کریں، مر تو نہیں سکتے. تو کیا کہیں گے جو لوگ آپ لوگوں کو دیکھ رہے ہیں، سن رہے ہیں؟ میں یہی کہوں گی مریم نواز جی، میں ریکویسٹ کرتی ہوں میرے ہسبینڈ کو ان کا ٹریٹمنٹ اچھا ہونا چاہیے. میرے بچوں کی ایجوکیشن ہونی چاہیے. تو مجھے اچھی جاب. بچے آپ کے پڑھتے ہیں؟ ہاں جی، لوکل اسکول میں پڑھتے ہیں. اچھا، بچے پڑھنے چاہیے. جی. تو میں یہی کہوں گی کہ مریم نواز جی میری ہیلپ کری جائے. لکی صاحب تسی کی کہو گے حکومت نو، وزیر اعلیٰ پنجاب نو، وزیر اعظم نو؟ میں وہ کہاں گا کہ میری بیوی کو جاب لا دے کرے. ٹھیک ہے. کہ میرے گھر کا سرکل چل رہا ہے. کوئی ضرورت ہے مینوں مکان دی بھی، مکان بھی مینوں دین بھی، گھر لے کے دین. ہاں جی. ٹھیک ہے. 2 مرلے کا گھر لے دین مینوں. اور کوئی خواہش؟ اور خواہش یہ ہوئی کہ میرا گھر کا خرچہ چلتا رہے. ظاہر ہے بچیاں نے تو کھانا ہی ہے نا. ہاں جی. انہوں نے کھان لئی منگنے تہاڈے کولوں. ہاں جی. تو میں کہاں گا بھی مریم نواز صاحب کہ میری ہیلپ کی ہے، اگے بھی کی ہوں پھر کر. ਤੇ ਜਾਂਦੇ ਜਾਂਦੇ ਤੁਸੀਂ ਕੋਈ ਆਪਣੇ ਜਿਹੜੇ ਤੁਹਾਡੇ ਨਾਲ ਤੁਹਾਡੇ ਸ਼ਾਗਿਰਦ ਵੀ ਹੋਣਗੇ, ਤੁਹਾਡੇ ਉਸਤਾਦ ਵੀ ਹੋਣਗੇ, ਉਹਨਾਂ ਲਈ ਕੋਈ ਪੈਗਾਮ ਇਹ ਹੋਈ ਹੈ ਕਿ ਯਾਰ ਤੁਸੀਂ ਖਬਰ ਸੁਣ ਲਿਆ ਕਰੋ. ਮਰਨ ਜੀਣ ਦਾ ਪਤਾ ਕੋਈ ਨਹੀਂ, ਕਦੋਂ ਜ਼ਿੰਦਗੀ ਖਤਮ ਹੋ ਜਾਵੇ. تو اتھو لگ جائے گا سانس پرابلم نہ کرو، نہ رو سانس. ناظرین، آپ نے لکی ڈیئر کی ساری گفتگو سنی ہے کہ ان کو کس قسم کے مالی مشکلات کا سامنا کرنا پڑ رہا ہے. اگر ویڈیو میں آپ کو دکھاؤں تو یہ چھوٹا سا سلنڈر اور چولہا جو انہوں نے اپنے کمرے میں رکھا ہوا ہے، کیونکہ گیس کا میٹر ان کا کٹ چکا ہوا ہے، اور ہو سکتا ہے کہ اگر انہوں نے بجلی کا بل بھی جمع نہ کروایا تو وہ بھی اتر جائے گا. پھر اس کمرے میں نہ تو لائٹ ہوگی، نہ اس گھر میں گیس ہوگی. تو سوچے جو کمانے والا شخص ہے وہ تو آپ سے خود بھیک مانگ رہا ہے، وہ تو آپ سے خود مدد مانگ رہا ہے. لیکن خدارا آپ کو یہ سوچنا چاہیے، جو لوگ ان کے ساتھ کام کر چکے ہیں، جنہوں نے ان سے کچھ سیکھا، یا پھر انہوں نے جن سے سیکھا، یا جن کے لیے یہ تڑپ رہے ہیں کہ میں ایک بار ان سے ملنا چاہتا ہوں، خدارا ان کو بھی سوچنا چاہیے کہ ان حالات میں ایک دن ہم بھی آ جائیں گے. ہم بھی کہیں گے کہ مجھ سے آپ آ کر ملیے گا. لیکن سوچیں کہ ہو سکتا ہے کہ ان کو اللہ تعالیٰ نے یہ وقت دے دیا ہے، اللہ تعالیٰ نے آپ سے ملنے کے لیے ان کو یہ الفاظ ادا کرنے کا یہ ٹائم دے دیا ہے. آپ سے یہ مطالبہ کر رہے ہیں، آپ سے صرف ملنے کے لیے، یہ چند لمحات کی جو ملاقات ہے اس کے لیے یہ آپ سے کہہ رہے ہیں کہ آ کر مجھ سے مل لیں. شاید یہ میری زندگی کی آخری خواہش ہے کہ میں آپ لوگوں سے ملنا چاہتا ہوں. یہ آپ لوگوں سے کچھ بھی نہیں مانگ رہے، یہ صرف آپ سے چند منٹ مانگ رہے ہیں، جو کہ شاید ان کی زندگی کی یہ آخری خوشیاں ہوں، یہ آخری لمحات ہوں. اور اس کے بعد شاید آپ کو نہ موقع ملے کہ کس طرح سے ہم نے یہ سارا کچھ کرنا ہے.